ਜਦੋਂ ਕੁਦਰਤ ਆਪਣਾ ਰੂਪ ਦਿਖਾਉਂਦੀ ਹੈ ਤਾਂ ਵੱਡਿਆਂ ਦੀ ਰੂਹ ਕੰਬ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਸੀ ਗ੍ਰੈਗ ਰਾਸਮੁਸੇਨ ਦੇ ਨਾਲ। ਇਸ ਦਾ ਜਹਾਜ਼ ਇੱਕ ਅਜਿਹੇ ਜੰਗਲ ਦੇ ਵਿੱਚ ਕ੍ਰੈਸ਼ ਹੋਇਆ ਸੀ ਜਿੱਥੇ ਨਾ ਤਾਂ ਕੁਝ ਖਾਣ ਨੂੰ ਸੀ ਅਤੇ ਨਾ ਹੀ ਪੀਣ ਨੂੰ ਪਾਣੀ ਸੀ। ਇੱਥੋਂ ਤੱਕ ਕਿ ਜਹਾਜ਼ ਦੇ ਕ੍ਰੈਸ਼ ਹੋਣ ਦੇ ਨਾਲ ਗ੍ਰੈਗ ਦੇ ਦੋਨੇ ਪੈਰ ਵੀ ਟੁੱਟ ਗਏ ਸਨ ਤੇ ਇਹ ਜੰਗਲ ਭਿਆਨਕ ਜੰਗਲੀ ਜਾਨਵਰਾਂ ਦੇ ਨਾਲ ਭਰਿਆ ਹੋਇਆ ਸੀ ਤੇ ਮਾੜੇ ਹਾਲਾਤਾਂ ਦੇ ਵਿੱਚ ਉਹ ਇਹਨਾਂ ਤੋਂ ਭੱਜ ਕੇ ਆਪਣੀ ਜਾਨ ਵੀ ਨਹੀਂ ਬਚਾ ਸਕਦਾ ਸੀ। ਕਿਵੇਂ ਉਸਨੇ ਇੰਨੇ ਖਤਰਨਾਕ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਜਿਉਂਦਾ ਰੱਖਿਆ ਤੇ ਕਿਵੇਂ ਉਸ ਨੂੰ ਬਚਾਇਆ ਗਿਆ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਬਾਰੇ ਗੱਲ ਕਰਾਂਗੇ। ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਤ ਟੀਵੀ। ਸਾਲ 2003 ਜ਼ਿੰਬਾਬਵੇ ਦੇ ਵਿੱਚ ਗ੍ਰੈਗ ਆਪਣੇ ਪ੍ਰਾਈਵੇਟ ਪਲੇਨ ਦੇ ਨਾਲ ਹਵਾਂਗ ਨੈਸ਼ਨਲ ਪਾਰਕ ਦੇ ਵਿੱਚ ਗੈਂਡੇ ਜਾਂ ਕਈ ਰਾਈਨੋ ਨੂੰ ਲੱਭਣ ਜਾ ਰਿਹਾ ਸੀ ਕਿਉਂਕਿ ਰਾਈਨੋ ਪਿਛਲੇ ਕੁਝ ਦਿਨਾਂ ਤੋਂ ਉਹ ਜੰਗਲ ਦੇ ਏਰੀਆ ਦੇ ਵਿੱਚ ਨਹੀਂ ਦਿਖ ਰਹੇ ਸਨ। ਅਸਲ ਦੇ ਵਿੱਚ ਇਹ ਪਾਰਕ 14,000 ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ ਜਿੱਥੇ ਕੁਝ ਦੁਰਲਭ ਤਰ੍ਹਾਂ ਦੇ ਜੀਵ ਰਹਿੰਦੇ ਨੇ ਤੇ ਇਹਨਾਂ ਜੀਵਾਂ ਦੇ ਉੱਪਰ ਇਨਸਾਨੀ ਸ਼ਿਕਾਰੀਆਂ ਤੋਂ ਸ਼ਿਕਾਰ ਹੋਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਹਵਾਂਗ ਨੈਸ਼ਨਲ ਪਾਰਕ ਪੂਰੀ ਤਰ੍ਹਾਂ ਦਾ ਜੰਗਲੀ ਏਰੀਆ ਹੈ। ਇੱਥੇ ਹਰ ਤਰ੍ਹਾਂ ਦਾ ਜੰਗਲੀ ਅਤੇ ਖਤਰਨਾਕ ਜੀਵ ਤੁਹਾਨੂੰ ਮਿਲ ਜਾਵੇਗਾ। ਇੱਥੇ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਗ੍ਰੈਗ ਵਰਗੇ ਬਾਇਓਲੋਜਿਸਟ ਕੰਮ ਕਰਦੇ ਨੇ। ਗ੍ਰੈਗ ਗੁੰਮ ਹੋਏ ਰਾਈਨੋ ਨੂੰ ਲੱਭਣ ਦੇ ਲਈ ਆਪਣੇ ਇੱਕ ਛੋਟੇ ਜਹਾਜ਼ ਰਾਹੀਂ ਟੇਕ ਆਫ ਕਰਦਾ ਹੈ। ਕੁਝ ਸਮੇਂ ਬਾਅਦ ਹੀ ਗ੍ਰੈਗ ਉਹ ਲੋਕੇਸ਼ਨ ਤੇ ਪਹੁੰਚ ਜਾਂਦਾ ਹੈ ਜਿੱਥੇ ਰਾਈਨੋ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ। ਗ੍ਰੈਗ ਉਸੇ ਟਾਈਮ ਹੀ ਆਪਣੀ ਟਰੈਕਿੰਗ ਡਿਵਾਈਸ ਦੇ ਨਾਲ ਰਾਈਨੋ ਨੂੰ ਟਰੈਕ ਕਰਨ ਲੱਗ ਜਾਂਦਾ ਹੈ। ਇਹ ਜਿਹੜੀ ਟਰੈਕਿੰਗ ਡਿਵਾਈਸ ਸੀ ਇਹ ਰਾਈਨੋ ਨੂੰ ਟਰੈਕ ਕਰਨ ਦੇ ਲਈ ਬਣਾਈ ਗਈ ਸੀ ਤਾਂ ਕਿ ਰਾਈਨੋ ਨੂੰ ਐਡੇ ਵੱਡੇ ਜੰਗਲਾਂ ਦੇ ਵਿੱਚੋਂ ਲੱਭਣਾ ਸੌਖਾ ਹੋਵੇ ਤੇ ਕੁਝ ਸਮੇਂ ਬਾਅਦ ਹੀ ਗ੍ਰੈਗ ਨੇ ਆਪਣੀ ਟਰੈਕਿੰਗ ਡਿਵਾਈਸ ਦੇ ਨਾਲ ਰਾਈਨੋ ਨੂੰ ਲੱਭ ਲਿਆ ਤੇ ਹੁਣ ਗ੍ਰੈਗ ਰਾਈਨੋ ਨੂੰ ਦੇਖ ਕੇ ਵਾਪਸ ਆਪਣੇ ਬੇਸ ਦੇ ਵੱਲ ਨੂੰ ਮੁੜਨ ਲੱਗਾ ਤੇ ਜਦੋਂ ਹੀ ਉਸਨੇ ਆਪਣੇ ਜਹਾਜ਼ ਨੂੰ ਬੇਸ ਵੱਲ ਨੂੰ ਮੋੜਿਆ ਤਾਂ ਉਸ ਦਾ ਇੰਜਨ ਬੰਦ ਹੋ ਗਿਆ। ਗ੍ਰੈਗ ਨੇ ਬਾਰ-ਬਾਰ ਜਹਾਜ਼ ਦੇ ਇੰਜਨ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਹਾਜ਼ ਦਾ ਇੰਜਨ ਸਟਾਰਟ ਨਹੀਂ ਹੋਇਆ। ਸਪੀਡ ਦੇ ਨਾਲ ਥੱਲੇ ਨੂੰ ਡਿੱਗਣ ਲੱਗਿਆ ਤੇ ਗ੍ਰੈਗ ਦੇ ਹੱਥ ਵੱਸ ਹੁਣ ਕੁਝ ਵੀ ਨਹੀਂ ਸੀ ਤੇ ਕੁਝ ਹੀ ਸੈਕਿੰਡਾਂ ਦੇ ਬਾਅਦ ਜਹਾਜ਼ ਧਰਤੀ ਦੇ ਨਾਲ ਬਹੁਤ ਜ਼ੋਰ ਦੇ ਨਾਲ ਆ ਕੇ ਟਕਰਾ ਜਾਂਦਾ ਹੈ। ਜਹਾਜ਼ ਦੇ ਇੰਨੀ ਜ਼ੋਰ ਨਾਲ ਧਰਤੀ ਦੇ ਨਾਲ ਟਕਰਾਉਣ ਤੋਂ ਬਾਅਦ ਗ੍ਰੈਗ ਬੇਹੋਸ਼ ਹੋ ਜਾਂਦਾ ਹੈ ਪਰ ਜਦੋਂ ਜਹਾਜ਼ ਦਾ ਪੈਟਰੋਲ ਗ੍ਰੈਗ ਦੇ ਮੂੰਹ ਦੇ ਉੱਪਰ ਡਿੱਗਣ ਲੱਗਦਾ ਹੈ ਤਾਂ ਉਸ ਦੀ ਵਜ੍ਹਾ ਦੇ ਨਾਲ ਇਸ ਨੂੰ ਹੋਸ਼ ਆ ਜਾਂਦਾ ਹੈ। ਖੁਦ ਨੂੰ ਜਿਉਂਦਾ ਦੇਖ ਕੇ ਗ੍ਰੈਗ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਪਾਇਲਟ ਹੋਣ ਦੇ ਨਾਤੇ ਉਹ ਇਹ ਜਾਣਦਾ ਸੀ ਕਿ ਕਿਸੇ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਕਿਸੇ ਦਾ ਵੀ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ। ਜ਼ਿਆਦਾਤਰ ਲੋਕਾਂ ਦੀ ਜਹਾਜ਼ ਦੇ ਕ੍ਰੈਸ਼ ਦੇ ਦੌਰਾਨ ਨਹੀਂ ਬਲਕਿ ਕ੍ਰੈਸ਼ ਤੋਂ ਬਾਅਦ ਲੱਗਣ ਵਾਲੀ ਅੱਗ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਬਾਰੇ ਗ੍ਰੈਗ ਨੂੰ ਪਤਾ ਸੀ ਤੇ ਹਜੇ ਤੱਕ ਵੀ ਗ੍ਰੈਗ ਦੇ ਜਹਾਜ਼ ਦੇ ਵਿੱਚ ਅੱਗ ਨਹੀਂ ਲੱਗੀ ਸੀ। ਹੋਸ਼ ਆਉਣ ਤੋਂ ਤੁਰੰਤ ਬਾਅਦ ਗ੍ਰੈਗ ਨੇ ਉਹ ਜਗ੍ਹਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਭੱਜ ਸਕਿਆ ਕਿਉਂਕਿ ਉਸ ਦੇ ਦੋਨੇ ਪੈਰਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਸਨ ਤੇ ਉਸ ਦੇ ਪੈਰਾਂ ਦੇ ਵਿੱਚ ਬਹੁਤ ਜ਼ੋਰ ਦੇ ਨਾਲ ਦਰਦ ਹੋ ਰਿਹਾ ਸੀ ਪਰ ਫਿਰ ਵੀ ਗ੍ਰੈਗ ਦਰਦ ਨੂੰ ਬਰਦਾਸ਼ਤ ਕਰਦਾ ਹੋਇਆ ਰੁੜ ਕੇ ਜਹਾਜ਼ ਤੋਂ ਦੂਰ ਚਲਾ ਗਿਆ। ਪਰ ਜਹਾਜ਼ ਤੋਂ ਕੁਝ ਦੂਰ ਜਾਣ ਤੋਂ ਬਾਅਦ ਹੀ ਗ੍ਰੈਗ ਨੂੰ ਯਾਦ ਆਇਆ ਕਿ ਉਹ ਜਹਾਜ਼ ਦੇ ਵਿੱਚ ਜਿਹੜਾ ਮੌਜੂਦ ਰੇਡੀਓ ਹੈ ਉਸ ਦੇ ਸਹਾਰੇ ਉਹ ਮਦਦ ਮੰਗ ਸਕਦਾ ਹੈ। ਇਸ ਲਈ ਗ੍ਰੈਗ ਆਪਣੀ ਜਾਨ ਨੂੰ ਫਿਰ ਤੋਂ ਜੋਖਮ ਦੇ ਵਿੱਚ ਪਾਉਂਦਾ ਹੋਇਆ ਫਿਰ ਤੋਂ ਜਹਾਜ਼ ਦੇ ਕੋਲ ਆ ਜਾਂਦਾ ਹੈ। ਉਸਨੇ ਰੇਡੀਓ ਦੇ ਜ਼ਰੀਏ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪਲੇਨ ਕ੍ਰੈਸ਼ ਹੋਣ ਦੇ ਨਾਲ ਉਸ ਦਾ ਰੇਡੀਓ ਵੀ ਖਰਾਬ ਹੋ ਚੁੱਕਿਆ ਸੀ। ਉਸ ਸਮੇਂ ਪਲੇਨ ਦੇ ਵਿੱਚ ਨਾ ਤਾਂ ਕੋਈ ਖਾਣ ਦੀ ਚੀਜ਼ ਸੀ ਅਤੇ ਨਾ ਹੀ ਪੀਣ ਦੇ ਲਈ ਪਾਣੀ ਸੀ। ਕੁਝ ਸਮੇਂ ਬਾਅਦ ਹੀ ਗ੍ਰੈਗ ਦੇ ਪੈਰਾਂ ਦੇ ਵਿੱਚ ਫਿਰ ਤੋਂ ਦਰਦ ਹੋਣਾ ਸ਼ੁਰੂ ਹੋ ਗਿਆ। ਇਹ ਦਰਦ ਇੰਨਾ ਭਿਆਨਕ ਸੀ ਕਿ ਗ੍ਰੈਗ ਆਪਣੇ ਪੈਰਾਂ ਦੇ ਵਿੱਚ ਪਾਏ ਹੋਏ ਬੂਟਾਂ ਤੋਂ ਵੀ ਤੰਗ ਆ ਗਿਆ ਸੀ। ਉਹ ਮਦਦ ਦੇ ਲਈ ਇੱਧਰ ਉੱਧਰ ਦੇਖਣ ਲੱਗਿਆ ਪਰ ਦੂਰ ਤੱਕ ਉਸ ਨੂੰ ਕੋਈ ਵੀ ਇਨਸਾਨ ਨਹੀਂ ਦਿਖਾਈ ਦਿੱਤਾ। ਆਪਣੇ ਤੋਂ ਕੁਝ ਦੂਰ ਗ੍ਰੈਗ ਨੂੰ ਇੱਕ ਛੋਟਾ ਜਿਹਾ ਦਰਖਤ ਦਿਖਾਈ ਦਿੱਤਾ ਤੇ ਉਹ ਕਿਸੇ ਤਰ੍ਹਾਂ ਘਿਸੜ ਕੇ ਉਸ ਦਰਖਤ ਦੇ ਨਾਲ ਆਪਣੀ ਪਿੱਠ ਲਗਾ ਕੇ ਬੈਠ ਗਿਆ ਪਰ ਉਸ ਦਰਖਤ ਦੇ ਉੱਤੇ ਕਾਫੀ ਜ਼ਿਆਦਾ ਕੰਡੇ ਲੱਗੇ ਸਨ ਤੇ ਉਹ ਕੰਡੇ ਗ੍ਰੈਗ ਦੀ ਪਿੱਠ ਦੇ ਵਿੱਚ ਵੀ ਚੁੱਭ ਗਏ ਪਰ ਇਸ ਦੇ ਬਾਵਜੂਦ ਵੀ ਗ੍ਰੈਗ ਉਹ ਦਰਖਤ ਦੇ ਨਾਲ ਪਿੱਠ ਲਗਾ ਕੇ ਬੈਠਾ ਰਿਹਾ ਤੇ ਉਸਨੇ ਉਹ ਦਰਖਤ ਦੀ ਟਾਹਣੀ ਤੋੜ ਕੇ ਆਪਣੇ ਬੂਟ ਦੇ ਫੀਤੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਕੁਝ ਟਾਈਮ ਕੋਸ਼ਿਸ਼ ਕਰਨ ਤੋਂ ਬਾਅਦ ਗ੍ਰੈਗ ਆਪਣੇ ਬੂਟ ਦੇ ਫੀਤੇ ਜਾਂ ਕਹੀਏ ਲੇਜ਼ ਖੋਲਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਹੁਣ ਉਸਦੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਕਿਉਂਕਿ ਪੈਰਾਂ ਦੀਆਂ ਹੱਡੀਆਂ ਟੁੱਟ ਜਾਣ ਦੇ ਕਾਰਨ ਉਸਦੇ ਪੈਰ ਹੁਣ ਸੁੱਜ ਚੁੱਕੇ ਸਨ ਜਿਸ ਦੇ ਕਾਰਨ ਉਸਦੇ ਬੂਟ ਹੁਣ ਪੈਰਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸ ਗਏ ਸਨ। ਪਰ ਫਿਰ ਵੀ ਗ੍ਰੈਗ ਨੇ ਉਹਨਾਂ ਬੂਟਾਂ ਨੂੰ ਲਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ। ਉਸ ਸਮੇਂ ਗ੍ਰੈਗ ਨੂੰ ਯਾਦ ਆਇਆ ਕਿ ਕਈ ਲੋਕ ਦਰਦ ਨੂੰ ਬਰਦਾਸ਼ਤ ਕਰਨ ਦੇ ਲਈ ਆਪਣੇ ਮੂੰਹ ਦੇ ਵਿੱਚ ਕੁਝ ਰੱਖ ਲੈਂਦੇ ਨੇ। ਇਹ ਸੋਚ ਕੇ ਗ੍ਰੈਗ ਨੇ ਆਪਣੇ ਮੂੰਹ ਦੇ ਵਿੱਚ ਇੱਕ ਲੱਕੜ ਦਾ ਟੁਕੜਾ ਰੱਖ ਲਿਆ ਪਰ ਜਿਵੇਂ ਹੀ ਉਸਦੇ ਬੂਟ ਲਾਉਂਦੇ ਸਮੇਂ ਦਰਦ ਹੋਇਆ ਤਾਂ ਉਸ ਸਮੇਂ ਉਸਦੇ ਮੂੰਹ ਦੇ ਵਿੱਚ ਜਿਹੜੀ ਲੱਕੜ ਪਾਈ ਸੀ ਗ੍ਰੈਗ ਨੇ ਉਹ ਲੱਕੜ ਚੱਬ ਦਿੱਤੀ। ਇੱਥੇ ਵੀ ਗ੍ਰੈਗ ਦੀ ਮਾੜੀ ਕਿਸਮਤ ਇਹ ਰਹੀ ਕਿ ਉਸਨੇ ਜਿਹੜੀ ਲੱਕੜ ਆਪਣੇ ਮੂੰਹ ਦੇ ਵਿੱਚ ਪਾਈ ਸੀ ਉਹ ਗਲੀ ਸੜੀ ਲੱਕੜ ਸੀ ਤੇ ਉਸ ਦੇ ਵਿੱਚ ਸਿਉਂਕ ਲੱਗੀ ਸੀ। ਗ੍ਰੈਗ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਤੇ ਉਸਨੇ ਕਿਸੇ ਤਰ੍ਹਾਂ ਆਪਣੇ ਬੂਟ ਉਤਾਰ ਦਿੱਤੇ ਪਰ ਇਹਨਾਂ ਬੂਟਾਂ ਨੂੰ ਉਤਾਰਨ ਦੇ ਵਿੱਚ ਉਸਦੇ 2 ਘੰਟੇ ਲੱਗ ਗਏ ਸਨ। ਪਰ ਹੁਣ ਦੁਪਹਿਰ ਹੋ ਚੁੱਕੀ ਸੀ ਤੇ ਧੁੱਪ ਦੀ ਵਜ੍ਹਾ ਦੇ ਨਾਲ ਉਸ ਨੂੰ ਕਾਫੀ ਜ਼ਿਆਦਾ ਪਿਆਸ ਲੱਗ ਰਹੀ ਸੀ ਪਰ ਉਸਦੇ ਕੋਲ ਨਾ ਤਾਂ ਕੁਝ ਖਾਣ ਨੂੰ ਸੀ ਤੇ ਨਾ ਹੀ ਪੀਣ ਦੇ ਲਈ ਪਾਣੀ ਸੀ। ਉੱਥੇ ਹੀ ਉਸ ਤੋਂ 350 ਕਿਲੋਮੀਟਰ ਦੂਰ ਗ੍ਰੈਗ ਦਾ ਦੋਸਤ ਪੀਟਰ ਉਸਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਇਹ ਦੋਨੇ ਅਫਰੀਕਨ ਡੌਗ ਨੂੰ ਬਚਾਉਣ ਦੇ ਪ੍ਰੋਜੈਕਟ ਦੇ ਵਿੱਚ ਇਕੱਠੇ ਕੰਮ ਕਰਦੇ ਸਨ। ਉਦੋਂ ਹੀ ਪੀਟਰ ਨੂੰ ਫੋਨ ਆਉਂਦਾ ਹੈ ਤੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਗ੍ਰੈਗ ਸਵੇਰ ਤੋਂ ਮਿਸਿੰਗ ਹੈ। ਉਹ ਰਾਈਨੋ ਨੂੰ ਲੱਭਣ ਦੇ ਲਈ
ਪਲੇਨ ਲੈ ਕੇ ਗਿਆ ਸੀ ਪਰ ਹਲੇ ਤੱਕ ਵਾਪਸ ਨਹੀਂ ਆਇਆ। ਇਹ ਸੁਣ ਕੇ ਉਸੇ ਟਾਈਮ ਹੀ ਉਸਦਾ ਦੋਸਤ ਪੀਟਰ ਗ੍ਰੈਗ ਨੂੰ ਲੱਭਣ ਦੇ ਲਈ ਆਪਣੀ ਕਾਰ ਲੈ ਕੇ ਨਿਕਲ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਗ੍ਰੈਗ ਆਪਣੇ ਆਪ ਨੂੰ ਤਪਦੀ ਧੁੱਪ ਦੇ ਵਿੱਚ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਹੀ ਗ੍ਰੈਗ ਨੇ ਦੇਖਿਆ ਕਿ ਉਸ ਤੋਂ ਕੁਝ ਦੂਰੀ ਤੇ ਇੱਕ ਗਿੱਧ ਬੈਠਾ ਹੋਇਆ ਹੈ ਜਿਹੜਾ ਕਿ ਉਸਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਹੈ। ਗ੍ਰੈਗ ਮਨ ਹੀ ਮਨ ਇਸ ਗੱਲ ਤੋਂ ਵੀ ਡਰ ਰਿਹਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਸ਼ਾਮ ਹੋਣ ਤੱਕ ਕਿਸੇ ਨੇ ਉਸ ਨੂੰ ਨਾ ਬਚਾਇਆ ਤਾਂ ਇਸ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਜੀਵ ਰਹਿੰਦੇ ਨੇ ਤੇ ਉਹ ਰਾਤ ਨੂੰ ਮੈਨੂੰ ਨਹੀਂ ਛੱਡਣਗੇ। ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਗ੍ਰੈਗ ਫਿਰ ਤੋਂ ਰਿੜ ਕੇ ਜਹਾਜ਼ ਦੇ ਮਲਬੇ ਦੇ ਕੋਲ ਚਲਿਆ ਜਾਂਦਾ ਹੈ ਤੇ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਹੈ। ਉਸੇ ਟਾਈਮ ਗ੍ਰੈਗ ਨੇ ਮਹਿਸੂਸ ਕੀਤਾ ਕਿ ਕੋਈ ਜਾਨਵਰ ਉਸ ਵੱਲ ਆ ਰਿਹਾ ਹੈ ਕਿਉਂਕਿ ਗ੍ਰੈਗ ਇੱਕ ਪਾਇਲਟ ਹੋਣ ਦੇ ਨਾਲ ਇੱਕ ਬਾਇਓਲੋਜਿਸਟ ਵੀ ਸੀ। ਇੰਨੇ ਟਾਈਮ ਤੋਂ ਜੰਗਲਾਂ ਦੇ ਵਿੱਚ ਕੰਮ ਕਰਦਾ ਹੋਣ ਕਰਕੇ ਉਹ ਜਾਨਵਰਾਂ ਦੀ ਪੈੜ ਚਾਲ ਤੋਂ ਹੀ ਪਹਿਚਾਣ ਲੈਂਦਾ ਸੀ ਕਿ ਉਹ ਕਿਹੜਾ ਜੀਵ ਹੈ। ਗ੍ਰੈਗ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਉਸ ਦੇ ਪਿੱਛੇ ਹਾਥੀਆਂ ਦਾ ਇੱਕ ਪੂਰਾ ਝੁੰਡ ਆ ਰਿਹਾ ਸੀ। ਗ੍ਰੈਗ ਨੂੰ ਇਹ ਚੀਜ਼ ਪੂਰੀ ਚੰਗੀ ਤਰ੍ਹਾਂ ਦੇ ਨਾਲ ਪਤਾ ਸੀ ਕਿ ਜੇਕਰ ਕਿਸੇ ਚੀਜ਼ ਨੂੰ ਹਾਥੀ ਪਹਿਲਾਂ ਦੇਖ ਲਵੇ ਤਾਂ ਹਾਥੀ ਉਸ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਉੱਥੇ ਹੀ ਜੇਕਰ ਹਾਥੀ ਕਿਸੇ ਨੂੰ ਅਚਾਨਕ ਦੇਖ ਲਵੇ ਤਾਂ ਉਹ ਡਰ ਕੇ ਉਸ ਦੇ ਉੱਪਰ ਹਮਲਾ ਕਰਕੇ ਉਸ ਨੂੰ ਮਾਰ ਵੀ ਸਕਦਾ ਹੈ। ਇਸ ਲਈ ਗ੍ਰੈਗ ਬਿਲਕੁਲ ਸ਼ਾਂਤ ਬਹਿ ਕੇ ਹਾਥੀਆਂ ਦੇ ਆਉਣ ਦੀ ਵੇਟ ਕਰਨ ਲੱਗਾ। ਇਹਦੇ ਗ੍ਰੈਗ ਦੀ ਚੰਗੀ ਕਿਸਮਤ ਸੀ ਕਿ ਹਾਥੀਆਂ ਦਾ ਝੁੰਡ ਉਸ ਨੂੰ ਬਿਨਾਂ ਨੁਕਸਾਨ ਪਹੁੰਚਾਏ ਉਸ ਦੇ ਕੋਲ ਦੀ ਲੰਘ ਗਿਆ। ਤੇ ਗ੍ਰੈਗ ਦਾ ਦੋਸਤ ਪੀਟਰ ਉਸ ਨੂੰ ਲੱਭਣ ਦੇ ਲਈ ਪਾਰਕ ਦੇ ਵਿੱਚ ਇੱਧਰ ਉੱਧਰ ਕਾਰ ਲੈ ਕੇ ਘੁੰਮ ਰਿਹਾ ਸੀ। ਪਰ ਹਵਾਂਗ ਨੈਸ਼ਨਲ ਪਾਰਕ 14000 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ ਤੇ ਇੰਨੇ ਲੰਬੇ ਚੌੜੇ ਏਰੀਆ ਦੇ ਵਿੱਚੋਂ ਕਿਸੇ ਨੂੰ ਲੱਭਣਾ ਤੂੜੀ ਦੇ ਵਿੱਚੋਂ ਸੂਈ ਲੱਭਣ ਦੇ ਬਰਾਬਰ ਹੈ। ਪਰ ਇਸ ਦੇ ਬਾਵਜੂਦ ਵੀ ਪੀਟਰ ਆਪਣੇ ਦੋਸਤ ਨਾਰਮਲ ਦੇ ਨਾਲ ਗ੍ਰੈਗ ਨੂੰ ਲੱਭ ਰਿਹਾ ਸੀ। ਪੀਟਰ ਨੂੰ ਇਹ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਜੇਕਰ ਅਸੀਂ ਰਾਈਨੋ ਨੂੰ ਲੱਭ ਲੈਂਦੇ ਹਾਂ ਤਾਂ ਸਾਨੂੰ ਗ੍ਰੈਗ ਵੀ ਮਿਲ ਜਾਵੇਗਾ। ਇਸ ਲਈ ਸਾਨੂੰ ਰਾਈਨੋ ਨੂੰ ਸਭ ਤੋਂ ਪਹਿਲਾਂ ਲੱਭਣਾ ਪਵੇਗਾ। ਪਰ ਰਾਈਨੋ ਨੂੰ ਟਰੈਕ ਕਰਨ ਵਾਲੀ ਡਿਵਾਈਸ ਗ੍ਰੈਗ ਆਪਣੇ ਨਾਲ ਹੀ ਜਹਾਜ਼ ਦੇ ਵਿੱਚ ਲੈ ਗਿਆ ਸੀ ਤੇ ਬਿਨਾਂ ਟਰੈਕਿੰਗ ਡਿਵਾਈਸ ਤੋਂ ਰਾਈਨੋ ਨੂੰ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਸੀ। ਉਹਨਾਂ ਨੇ 에ਅਰ ਸਰਚ ਵੀ ਸ਼ੁਰੂ ਕਰ ਦਿੱਤੀ ਪਰ ਗ੍ਰੈਗ ਕਿਸੇ ਨੂੰ ਵੀ ਨਹੀਂ ਮਿਲਿਆ। ਪੀਟਰ ਨੂੰ ਇਹ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਜੇਕਰ ਗ੍ਰੈਗ ਕਿਸੇ ਵੀ ਤਰ੍ਹਾਂ ਨਾਲ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਬਚ ਵੀ ਜਾਂਦਾ ਹੈ ਤਾਂ ਵੀ ਉਸ ਦੇ ਕੋਲ ਜਿਉਂਦੇ ਰਹਿਣ ਲਈ ਜ਼ਿਆਦਾ ਸਮਾਂ ਨਹੀਂ ਹੈ ਕਿਉਂਕਿ ਰਾਤ ਨੂੰ ਜੰਗਲੀ ਜਾਨਵਰ ਉਸ ਨੂੰ ਜਿਉਂਦਾ ਨਹੀਂ ਛੱਡਣਗੇ। ਉੱਥੇ ਹੀ ਗ੍ਰੈਗ ਕ੍ਰੈਸ਼ ਹੋਏ ਪਲੇਨ ਦੀ ਛਾਂ ਦੇ ਵਿੱਚ ਪਿਆ ਸੀ। ਉੱਥੇ ਹੀ ਗ੍ਰੈਗ ਨੂੰ ਫਿਰ ਤੋਂ ਕਿਸੇ ਜਾਨਵਰ ਦੇ ਪੈਰਾਂ ਦੀ ਆਹਟ ਸੁਣਾਈ ਦਿੱਤੀ। ਗ੍ਰੈਗ ਨੇ ਝੱਟ ਦੇਣੇ ਪੈਰਾਂ ਦੀ ਆਹਟ ਨੂੰ ਪਹਿਚਾਣ ਲਿਆ ਤੇ ਉਹ ਸਮਝ ਗਿਆ ਕਿ ਸ਼ੇਰ ਦੇ ਪੈਰਾਂ ਦੀ ਆਹਟ ਹੈ ਤੇ ਉਹ ਸ਼ੇਰ ਉਸ ਵੱਲ ਵੱਧ ਰਿਹਾ ਹੈ। ਹੁਣ ਗ੍ਰੈਗ ਬਹੁਤ ਜ਼ਿਆਦਾ ਧਿਆਨ ਦੇ ਨਾਲ ਸ਼ੇਰ ਦੀ ਪੈੜ ਚਾਲ ਨੂੰ ਸੁਣਨ ਲੱਗਾ। ਥੋੜੇ ਸਕਿੰਟਾਂ ਬਾਅਦ ਹੀ ਗ੍ਰੈਗ ਨੂੰ ਪਤਾ ਲੱਗ ਗਿਆ ਕਿ ਉਹ ਇੱਕ ਸ਼ੇਰ ਨਹੀਂ ਬਲਕਿ ਸ਼ੇਰਨੀ ਹੈ। ਕਾਫੀ ਲੰਬੇ ਸਮੇਂ ਤੋਂ ਜੰਗਲ ਦੇ ਵਿੱਚ ਰਹਿੰਦਾ ਹੋਣ ਕਰਕੇ ਗ੍ਰੈਗ ਜਾਣਦਾ ਸੀ ਕਿ ਇਹਨਾਂ ਖਤਰਨਾਕ ਜੰਗਲੀ ਜੀਵਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਅਸਲ ਦੇ ਵਿੱਚ ਜੰਗਲੀ ਜੀਵ ਇੱਕਦਮ ਆਉਣ ਵਾਲੀ ਆਵਾਜ਼ ਤੋਂ ਡਰ ਕੇ ਭੱਜ ਜਾਂਦੇ ਨੇ ਤੇ ਗ੍ਰੈਗ ਇਸ ਕਰਕੇ ਹੀ ਸਹੀ ਮੌਕੇ ਦਾ ਇੰਤਜ਼ਾਰ ਕਰਨ ਲੱਗਾ। ਜਿਵੇਂ ਹੀ ਗ੍ਰੈਗ ਨੇ ਦੇਖਿਆ ਕਿ ਸ਼ੇਰਨੀ ਉਸ ਦੇ ਨੇੜੇ ਆ ਗਈ ਹੈ ਤਾਂ ਉਹ ਜ਼ੋਰ-ਜ਼ੋਰ ਦੇ ਨਾਲ ਡੰਡੇ ਨੂੰ ਜਹਾਜ਼ ਦੇ ਮਲਬੇ ਤੇ ਮਾਰਨ ਲੱਗਾ ਤੇ ਇੰਨੀ ਤੇਜ਼ ਆਵਾਜ਼ ਆਉਣ ਦੇ ਕਾਰਨ ਸ਼ੇਰਨੀ ਇੱਕਦਮ ਡਰ ਕੇ ਉੱਥੋਂ ਭੱਜ ਗਈ। ਪਰ ਇਹ ਤਾਂ ਜੰਗਲ ਦੇ ਵਿੱਚ ਸਿਰਫ ਇੱਕ ਸ਼ਾਮ ਹੋਣ ਦੀ ਸ਼ੁਰੂਆਤ ਸੀ, ਰਾਤ ਤਾਂ ਹਜੇ ਹੋਣੀ ਸੀ ਕਿਉਂਕਿ ਜ਼ਿਆਦਾਤਰ ਜੰਗਲ ਦੇ ਵਿੱਚ ਜਾਨਵਰ ਰਾਤ ਨੂੰ ਹੀ ਸ਼ਿਕਾਰ ਕਰਦੇ ਨੇ। ਉੱਥੇ ਹੀ ਸ਼ਾਮ ਹੋਣ ਦੇ ਕਾਰਨ ਗ੍ਰੈਗ ਨੂੰ ਲੱਭਣ ਵਾਲਾ ਜਹਾਜ਼ ਵੀ ਵਾਪਸ ਮੁੜਨ ਲੱਗਾ ਤੇ ਇਸ ਵਾਪਸ ਮੁੜ ਰਹੇ ਜਹਾਜ਼ ਦੀ ਆਵਾਜ਼ ਵੀ ਗ੍ਰੈਗ ਨੂੰ ਸੁਣਾਈ ਦਿੱਤੀ। ਗ੍ਰੈਗ ਇਹ ਜਹਾਜ਼ ਨੂੰ ਦੇਖ ਕੇ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਮਾਰਨ ਲੱਗਿਆ ਪਰ ਇਹ ਜਹਾਜ਼ ਨੇ ਗ੍ਰੈਗ ਨੂੰ ਨਹੀਂ ਦੇਖਿਆ ਤੇ ਉੱਥੋਂ ਵਾਪਸ ਚਲਿਆ ਗਿਆ। ਗ੍ਰੈਗ ਇਹ ਸਭ ਕੁਝ ਦੇਖ ਕੇ ਕਾਫੀ ਜ਼ਿਆਦਾ ਨਿਰਾਸ਼ ਹੋ ਗਿਆ ਕਿਉਂਕਿ ਹੁਣ ਉਸ ਨੂੰ ਪਤਾ ਸੀ ਕਿ ਸਵੇਰ ਹੋਣ ਤੱਕ ਉੱਥੇ ਕੋਈ ਵੀ ਨਹੀਂ ਆਵੇਗਾ। ਸ਼ਾਮ ਦੇ 6 ਵਜੇ ਤੱਕ ਪੀਟਰ ਤੇ ਉਸ ਦਾ ਦੋਸਤ ਵੀ ਗ੍ਰੈਗ ਨੂੰ ਲੱਭਦੇ ਹੋਏ ਵਾਪਸ ਬੇਸ ਦੇ ਉੱਪਰ ਚਲੇ ਗਏ। ਕੁਝ ਸਮੇਂ ਬਾਅਦ ਹੀ ਰਾਤ ਹੋ ਗਈ ਤੇ ਜਿਵੇਂ ਹੀ ਰਾਤ ਹੋਈ ਗ੍ਰੈਗ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਚਕੰਨਾ ਹੋ ਗਿਆ। ਰਾਤ ਨੂੰ ਭੇੜੀਏ ਪਿੱਛੇ ਤੋਂ ਹਮਲਾ ਕਰਨ ਦੇ ਵਿੱਚ ਮਾਹਰ ਹੁੰਦੇ ਨੇ, ਇਸ ਲਈ ਗ੍ਰੈਗ ਨੂੰ ਸਭ ਤੋਂ ਜ਼ਿਆਦਾ ਡਰ ਹੁਣ ਭੇੜੀਆਂ ਤੋਂ ਲੱਗ ਰਿਹਾ ਸੀ ਤੇ ਗ੍ਰੈਗ ਨੇ ਕਿਸੇ ਤਰ੍ਹਾਂ ਡਰਦੇ ਨੇ ਸਾਰੀ ਰਾਤ ਕੱਢ ਲਈ। ਇਸ ਤਰ੍ਹਾਂ ਸਵੇਰ ਦੇ 4 ਵੱਜ ਗਏ ਤੇ ਗ੍ਰੈਗ ਨੇ ਮਹਿਸੂਸ ਕੀਤਾ ਕਿ ਇੱਕ ਲੱਕੜ ਬੱਗਾ ਉਸ ਦੇ ਵੱਲ ਆ ਰਿਹਾ ਹੈ ਤੇ ਗ੍ਰੈਗ ਨੇ ਫਿਰ ਤੋਂ ਆਪਣੀ ਪੁਰਾਣੀ ਤਕਨੀਕ ਵਰਤੀ। ਜਿਵੇਂ ਹੀ ਲੱਕੜ ਬੱਗਾ ਉਸ ਦੇ ਕੋਲ ਆਇਆ ਉਹ ਜ਼ੋਰ-ਜ਼ੋਰ ਦੀ ਆਵਾਜ਼ ਕਰਨ ਲੱਗਾ ਜਿਸ ਤੋਂ ਲੱਕੜ ਬੱਗਾ ਡਰ ਕੇ ਉੱਥੋਂ ਭੱਜ ਗਿਆ। ਕੁਝ ਸਮੇਂ ਬਾਅਦ ਹੀ ਸਵੇਰ ਦਾ ਸੂਰਜ ਚੜ੍ਹਨ ਲੱਗਾ ਤੇ ਗ੍ਰੈਗ ਨੇ ਇੰਨੀ ਜ਼ਿਆਦਾ ਜ਼ਖਮੀ ਹਾਲਤ ਵਿੱਚ ਤੇ ਇੰਨੇ ਭਿਆਨਕ ਜੰਗਲ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਰਾਤ ਕੱਟ ਲਈ ਸੀ ਤੇ ਗ੍ਰੈਗ ਨੂੰ ਹੁਣ ਇਹ ਵੀ ਪਤਾ ਸੀ ਕਿ ਜੇਕਰ ਉਸ ਨੂੰ ਅੱਜ ਨਾ ਬਚਾਇਆ ਗਿਆ ਤਾਂ ਉਹ ਭੁੱਖ ਤੇ ਪਿਆਸ ਦੇ ਨਾਲ ਦੁਪਹਿਰ ਤੱਕ ਹੀ ਮਰ ਜਾਵੇਗਾ। ਤੇ ਸਵੇਰ ਦੇ 7 ਵਜੇ ਗ੍ਰੈਗ ਨੂੰ ਲੱਭਣ ਦੇ ਲਈ ਫਿਰ ਤੋਂ ਇੱਕ ਜਹਾਜ਼ ਉੱਡਿਆ। ਇਹ ਜਹਾਜ਼ ਕਾਫੀ ਸਮੇਂ ਤੱਕ ਗ੍ਰੈਗ ਨੂੰ ਲੱਭਦਾ ਰਿਹਾ। ਹੁਣ ਕੁਦਰਤੀ ਇਹ ਜਹਾਜ਼ ਉਧਰਲੀ ਸਾਈਡ ਨੂੰ ਹੀ ਚੱਲ ਪਿਆ ਜਿੱਧਰ ਗ੍ਰੈਗ ਦਾ ਜਹਾਜ਼ ਕ੍ਰੈਸ਼ ਹੋਇਆ ਸੀ। ਕ੍ਰੈਸ਼ ਹੋਏ ਜਹਾਜ਼ ਦੇ ਕੋਲ ਪਿਆ ਗ੍ਰੈਗ ਹੁਣ ਟੁੱਟੇ ਹੋਏ ਸ਼ੀਸ਼ੇ ਦੇ ਉੱਪਰ ਆਪਣੀ ਜੀਭ ਫੇਰ ਰਿਹਾ ਸੀ ਤਾਂ ਕਿ ਰਾਤ ਦੀ ਪਈ ਤਰੇਲ ਨੂੰ ਉਹ ਚੱਟ ਸਕੇ ਕਿਉਂਕਿ ਉਸ ਨੂੰ ਪਿਆਸ ਲੱਗੀ ਸੀ। ਉੱਥੇ ਹੀ ਗ੍ਰੈਗ ਨੂੰ ਜਦੋਂ ਜਹਾਜ਼ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਨੇ ਇੱਕ ਸਟੀਲ ਦੀ ਪਾਈਪ ਫੜ ਕੇ ਉਸ ਨੂੰ ਹਵਾ ਦੇ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਹੀ ਪਾਇਲਟ ਨੂੰ ਕੋਈ ਜ਼ਮੀਨ ਦੇ ਉੱਪਰ ਚਮਕਦੀ ਚੀਜ਼ ਦਿਖਾਈ ਦਿੱਤੀ ਉਦੋਂ ਹੀ ਉਸਨੇ ਰੈਸਕਿਊ ਟੀਮ ਨੂੰ ਉਹ ਲੋਕੇਸ਼ਨ ਭੇਜ ਦਿੱਤੀ ਕਿਉਂਕਿ ਉਹ ਜਗ੍ਹਾ ਉੱਬੜ ਖਾਬੜ ਹੋਣ ਦੇ ਕਾਰਨ ਪਲੇਨ ਉਸ ਜਗ੍ਹਾ ਦੇ ਉੱਪਰ ਲੈਂਡ ਨਹੀਂ ਕਰ ਸਕਦਾ ਸੀ। ਗ੍ਰੈਗ ਨੂੰ ਹੁਣ ਸਭ ਕੁਝ ਧੁੰਦਲਾ ਦਿਖਾਈ ਦੇ ਰਿਹਾ ਸੀ ਪਰ ਉਸ ਨੂੰ ਇਨਸਾਨਾਂ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਬਹੁਤ ਮੁਸ਼ਕਲ ਦੇ ਨਾਲ ਜਦੋਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਉਸ ਦਾ ਦੋਸਤ ਪੀਟਰ ਰੈਸਕਿਊ ਟੀਮ ਦੇ ਨਾਲ ਉਸ ਵੱਲ ਭੱਜ ਕੇ ਆ ਰਿਹਾ ਸੀ। ਗ੍ਰੈਗ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਪਰ ਇਸ ਦੇ ਬਾਵਜੂਦ ਵੀ ਉਹ ਹਜੇ ਜਿਉਂਦਾ ਸੀ। ਪਰ ਗ੍ਰੈਗ ਦੇ ਸਰੀਰ ਦੇ ਵਿੱਚ ਇੰਨੀ ਵੀ ਜਾਨ ਨਹੀਂ ਬਚੀ ਸੀ ਕਿ ਉਹ ਆਪਣੇ ਦੋਸਤ ਪੀਟਰ ਦਾ ਧੰਨਵਾਦ ਵੀ ਕਰ ਸਕੇ। ਤੋਂ ਤੁਰੰਤ ਗ੍ਰੈਗ ਨੂੰ ਹਸਪੀਟਲ ਭੇਜ ਦਿੱਤਾ ਗਿਆ ਜਿੱਥੇ ਉਸ ਦੇ ਪੈਰਾਂ ਦੇ 100 ਤੋਂ ਜ਼ਿਆਦਾ ਆਪਰੇਸ਼ਨ ਹੋਏ ਤੇ ਇੰਨੇ ਆਪਰੇਸ਼ਨ ਹੋਣ ਤੋਂ ਬਾਅਦ ਗ੍ਰੈਗ ਆਪਣੇ ਪੈਰਾਂ ਦੇ ਉੱਤੇ ਫਿਰ ਤੋਂ ਚੱਲਣ ਲੱਗਾ ਤੇ ਠੀਕ ਹੋਣ ਤੋਂ ਬਾਅਦ ਗ੍ਰੈਗ ਫਿਰ ਤੋਂ ਆਪਣੇ ਕੰਮ ਤੇ ਮੁੜ ਆਇਆ। ਪਰ ਉਸ ਤੋਂ ਬਾਅਦ ਉਸਨੇ ਕਦੇ ਵੀ ਜਹਾਜ਼ ਨਹੀਂ ਉਡਾਇਆ। ਗ੍ਰੈਗ ਅੱਜ ਵੀ ਜਿੰਦਾ ਹੈ ਤੇ ਤੰਦਰੁਸਤ ਹੈ। ਇਹ ਸੀ ਜੀ ਇੱਕ ਇਨਸਾਨ ਦੇ ਜ਼ਿੰਦਗੀ ਅਤੇ ਮੌਤ ਦੀ ਸੱਚੀ ਕਹਾਣੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਜੋ ਟੀਵੀ ਨਿਊਜ਼
ਸਬਸਕ੍ਰਾਈਬ ਕਰਨਾ। ਧੰਨਵਾਦ।